ਮੇਰੇ ਭੈਣ ਤੇ ਜੀਜਾ ਦੋਨੋਂ ਹੀ ਨੌਕਰੀ ਕਰਦੇ ਸੀ। ਮੇਰੀ ਛੋਟੀ ਭੈਣ ਸ਼ਾਮ ਤੱਕ ਥੱਕ ਜਾਂਦੀ ਸੀ। ਇਸ ਲਈ ਇੱਕ ਦਿਨ ਮੇਰੀ ਭੈਣ ਨੇ ਮੈਨੂੰ ਆਪਣੇ ਘਰ ਆਪਣੀ ਮਦਦ ਲਈ ਬੁਲਾ ਲਿਆ ਸੀ ਤੇ ਜਦੋਂ ਮੈਂ ਉਸ ਦੇ ਘਰ ਗਈ, ਉਹ ਬਹੁਤ ਖੁਸ਼ ਹੋ ਗਈ ਸੀ। ਮੇਰਾ ਜੀਜਾ ਬਹੁਤ ਖੁਸ਼ ਸੀ। ਇੱਕ ਰਾਤ ਮੇਰਾ ਜੀਜਾ ਅੱਧੀ ਰਾਤ ਮੇਰੇ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ ਕਿ ਤੁਹਾਡੀ ਭੈਣ ਮੈਨੂੰ ਸਮਾਂ ਨਹੀਂ ਦਿੰਦੀ, ਹੁਣ ਤੁਸੀਂ ਮੈਨੂੰ ਖੁਸ਼ ਕਰੋ। ਜੀਜੇ ਨੇ ਮੈਨੂੰ ਸਾਹ ਹੀ ਨਹੀਂ ਲੈਣ ਦਿੱਤਾ। ਉਸ ਰਾਤ ਉਸ ਨੇ ਮੈਨੂੰ ਸਵੇਰ ਦੇ 4 ਵਜੇ ਤੱਕ ਅੱਜ ਮੈਂ ਤੁਹਾਨੂੰ ਆਪਣੀ ਤੇ ਆਪਣੇ ਜੀਜੇ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ। ਮੇਰੀ ਭੈਣ ਨੂੰ ਮੇਰਾ ਜੀਜਾ ਬਹੁਤ ਪਿਆਰ ਕਰਦਾ ਸੀ। ਮੇਰੀ ਭੈਣ ਨੂੰ ਆਪਣੇ ਦਫ਼ਤਰ ਦੇ ਕੰਮ ਤੋਂ ਵਿਹਲ ਨਹੀਂ ਸੀ। ਇੱਕ ਦਿਨ ਉਸ ਨੇ ਮੈਨੂੰ ਆਪਣੇ ਘਰ ਦੇ ਕੰਮ ਆਪਣੀ ਮਦਦ ਲਈ ਬੁਲਾ ਲਿਆ ਸੀ। ਆਪਣੀ ਭੈਣ ਦੀ ਚਿੰਤਾ ਵਿੱਚ ਮੈਂ ਉਸ ਦੇ ਕੋਲ ਚਲੀ ਗਈ ਅਤੇ ਉਹ ਦੋਨੋਂ ਬਹੁਤ ਖੁਸ਼ ਹੋ ਗਏ ਸੀ। ਮੇਰਾ ਜੀਜਾ ਅਚਾਨਕ ਹੀ ਬਦਲ ਗਿਆ ਸੀ। ਮੇਰੀ ਭੈਣ ਨੂੰ ਦੇਖਦੇ ਹੀ ਮੇਰੇ ਜੀਜੇ ਨੇ ਮੈਨੂੰ ਆਪਣੇ ਗਲੇ ਨਾਲ ਲਾ ਲਿਆ ਸੀ। ਅੱਜ ਤੋਂ ਪਹਿਲਾਂ ਇੱਦਾਂ ਨਹੀਂ ਹੋਇਆ ਸੀ। ਅੱਜ ਇਹ ਪਹਿਲੀ ਵਾਰੀ ਹੋਇਆ ਸੀ। ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਤੇ ਸ਼ਰਮ ਵੀ ਆ ਰਹੀ ਸੀ। ਮੇਰੀ ਭੈਣ ਨੇ ਮੈਨੂੰ ਆਪਣੇ ਘਰ ਜਾਂਦੇ ਹੀ ਕਿਹਾ ਕਿ ਤੁਹਾਡੇ ਹੱਥ ਦੀ ਪਨੀਰ ਦੀ ਸਬਜ਼ੀ ਖਾਣੀ ਹੈ। ਮੈਂ ਆਪਣੇ ਕੱਪੜੇ ਬਦਲੇ ਤੇ ਰਸੋਈ ਵਿੱਚ ਚਲੀ ਗਈ। ਰਾਤ ਨੂੰ ਉਹਨਾਂ ਦੋਨਾਂ ਨੇ ਬਹੁਤ ਖੁਸ਼ ਹੋ ਕੇ ਰੋਟੀ ਖਾਧੀ। ਮੇਰੀ ਭੈਣ ਨੇ ਕਿਹਾ ਕਿ ਦੀਦੀ ਤੁਸੀਂ ਬਹੁਤ ਸਵਾਦ ਖਾਣਾ ਬਣਾਇਆ ਸੀ ਤੇ ਮੇਰੇ ਜੀਜੇ ਨੇ ਕਿਹਾ ਕਿ ਮੈਂ ਤਾਂ ਬਹੁਤ ਦੇਰ ਬਾਅਦ ਇੰਨਾ ਵਧੀਆ ਖਾਣਾ ਖਾਧਾ। ਇਹ ਸੁਣ ਕੇ ਮੇਰੀ ਭੈਣ ਨੇ ਉਸ ਨੂੰ ਅਜੀਬ ਤਰੀਕੇ ਨਾਲ ਦੇਖਿਆ ਤੇ ਕਿਹਾ, ਕਿਉਂ ਮੈਂ ਖਾਣਾ ਸਵਾਦ ਨਹੀਂ ਬਣਾਉਂਦੀ? ਦੋਨਾਂ ਵਿੱਚ ਬਹਿਸ ਹੋ ਰਹੀ ਸੀ। ਮੈਂ ਉਹਨਾਂ ਨੂੰ ਰੋਕਦੇ ਹੋਏ ਕਿਹਾ ਕਿ ਛੋਟੀ-ਛੋਟੀ ਗੱਲ ਦੇ ਉੱਤੇ ਇੱਦਾਂ ਬਹਿਸ ਨਾ ਕਰਿਆ ਕਰੋ। ਮੈਂ ਇੱਥੇ ਰੋਜ਼ ਨਹੀਂ ਆ ਸਕਦੀ। ਦੋਨੋਂ ਮਿਲ ਕੇ ਹੀ ਰਿਹਾ ਕਰੋ। ਮੇਰੀ ਭੈਣ ਆਪਣੇ ਕਮਰੇ ਵਿੱਚ ਚਲੀ ਗਈ ਸੀ ਅਤੇ ਮੈਂ ਰਸੋਈ ਵਿੱਚ ਜਾ ਕੇ ਭਾਂਡੇ ਸਾਂਭ ਰਹੀ ਸੀ। ਮੇਰਾ ਜੀਜਾ ਮੇਰੇ ਪਿੱਛੇ-ਪਿੱਛੇ ਰਸੋਈ ਵਿੱਚ ਆ ਗਿਆ। ਕਹਿਣ ਲੱਗਾ ਕਿ ਤੁਹਾਡੀ ਭੈਣ ਨੂੰ ਕੋਈ ਫਿਕਰ ਨਹੀਂ। ਤੁਸੀਂ ਕਿੰਨੇ ਸਮੇਂ ਬਾਅਦ ਆਏ ਹੋ ਤੇ ਪਹਿਲੇ ਹੀ ਦਿਨ ਤੁਹਾਨੂੰ ਕੰਮ ਤੇ ਲਾ ਦਿੱਤਾ ਤੇ ਆਪ ਆਰਾਮ ਕਰਨ ਲੱਗ ਗਈ। ਇਹ ਉਸ ਦਾ ਰੋਜ਼ ਦਾ ਹੀ ਕੰਮ ਹੈ। ਮੈਂ ਚੁੱਪ ਸੀ, ਕੁਝ ਨਾ ਕਿਹਾ ਤੇ ਭਾਂਡੇ ਸਾਫ਼ ਕੀਤੇ। ਏਦਾਂ ਹੀ ਉਹ ਬੋਲਦਾ ਰਿਹਾ। ਜੀਜਾ ਜੀ ਨੇ ਮੇਰੇ ਪਿੱਛੋਂ ਰਸੋਈ ਵਿੱਚ ਆ ਕੇ ਮੇਰਾ ਹੱਥ ਫੜ ਲਿਆ। ਮੈਂ ਕੁਝ ਨਾ ਕਹਿ ਸਕੀ ਤੇ ਕਹਿਣ ਲੱਗਾ, ਤੁਹਾਡੇ ਹੱਥ ਵਿੱਚ ਤਾਂ ਜਾਦੂ ਹੈ। ਮੈਨੂੰ ਤੁਹਾਡੇ ਰੂਪ ਵਿੱਚ ਬੜੇ ਰਿਸ਼ਤੇ ਮਿਲਣਗੇ। ਨਾ ਤਾਂ ਮੇਰਾ ਕੋਈ ਸਾਲਾ ਹੈ ਤੇ ਨਾ ਹੀ ਛੋਟੀ ਸਾਲੀ ਹੈ। ਬਸ ਤੁਸੀਂ ਹੀ ਹੋ। ਹੁਣ ਇਹ ਸਾਰੇ ਰਿਸ਼ਤੇ ਤੁਸੀਂ ਨਿਭਾਉਣੇ ਨੇ ਤੇ ਤੁਹਾਨੂੰ ਹੀ ਨਿਭਾਉਣੇ ਪੈਣਗੇ। ਹੁਣ ਮੈਂ ਤੁਹਾਨੂੰ ਛੇਤੀ ਨਹੀਂ ਜਾਣ ਦੇਵਾਂਗਾ। ਮੈਨੂੰ ਉਸ ਦਾ ਪਿਆਰ ਤਾਂ ਸਮਝ ਆ ਰਿਹਾ ਸੀ, ਪਰ ਉਸ ਦਾ ਇਰਾਦਾ ਕੀ ਸੀ ਉਹ ਸਮਝ ਨਹੀਂ ਆ ਰਿਹਾ ਸੀ। ਮੈਂ ਜ਼ਿਆਦਾ ਧਿਆਨ ਨਾ ਦਿੱਤਾ। ਇੱਦਾਂ ਹੀ ਦਿਨ ਬੀਤ ਰਹੇ ਸੀ। ਮੈਨੂੰ ਆਪਣੀ ਭੈਣ ਦੇ ਕਮਰੇ ਵਿੱਚੋਂ ਰੋਜ਼ ਉਹਨਾਂ ਦੀ ਬਹਿਸ ਦੀ ਆਵਾਜ਼ ਆਉਂਦੀ। ਕੁਝ ਦਿਨ ਹੋ ਗਏ ਸੀ। ਹੁਣ ਮੈਨੂੰ ਲੱਗਦਾ ਸੀ ਕਿ ਉਹਨਾਂ ਦੇ ਵਿੱਚ ਕੁਝ ਸਹੀ ਨਹੀਂ ਸੀ। ਹਰ ਰੋਜ਼ ਰਾਤ ਨੂੰ ਉਹਨਾਂ ਦੇ ਕਮਰੇ ਵਿੱਚੋਂ ਬਹਿਸ ਦੀ ਆਵਾਜ਼ ਆਉਂਦੀ ਸੀ। ਮੈਨੂੰ ਬੜਾ ਅਜੀਬ ਲੱਗਦਾ ਸੀ। ਜਦੋਂ ਤੋਂ ਮੈਂ ਆਈ ਸੀ, ਮੈਂ ਉਹਨਾਂ ਨੂੰ ਕਦੀ ਹੱਸਦੇ ਨਹੀਂ ਵੇਖਿਆ ਸੀ ਅਤੇ ਇਹ ਉਹਨਾਂ ਦਾ ਰੋਜ਼ ਦਾ ਹੀ ਕੰਮ ਸੀ। ਇੱਕ ਦਿਨ ਮੈਂ ਆਪਣੀ ਭੈਣ ਨੂੰ ਦਫ਼ਤਰੋਂ ਆਉਂਦੇ ਹੀ ਕਿਹਾ ਕਿ ਤੁਹਾਡੇ ਕਮਰੇ ਵਿੱਚੋਂ ਬਹਿਸ ਕਿਉਂ ਹੁੰਦੀ ਹੈ? ਕੀ ਗੱਲ ਹੈ? ਉਸ ਨੇ ਮੈਨੂੰ ਕਿਹਾ ਕਿ ਨਹੀਂ, ਤੁਹਾਡਾ ਜੀਜਾ ਹੀ ਮੇਰੇ ਨਾਲ ਬਹਿਸ ਕਰਦਾ ਹੈ। ਮੈਂ ਉਸ ਨਾਲ ਬਹਿਸ ਨਹੀਂ ਕਰਦੀ। ਮੈਂ ਤਾਂ ਉਸ ਨਾਲ ਕਦੀ ਵੀ ਬਹਿਸ ਨਹੀਂ ਕੀਤੀ। ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਕੋਲ ਆਈ ਹਾਂ, ਤੂੰ ਮੇਰੇ ਨਾਲ ਬੈਠ ਕੇ ਗੱਲ ਕਰ। ਮੈਂ ਤੇਰੀ ਭੈਣ ਹਾਂ, ਤੂੰ ਕਦੀ ਵੀ ਮੇਰੇ ਕੋਲ ਨਹੀਂ ਬੈਠਦੀ। ਉਹ ਮੈਨੂੰ ਕਹਿਣ ਲੱਗੀ ਕਿ ਮੈਂ ਬਹੁਤ ਜ਼ਿਆਦਾ ਥੱਕ ਜਾਂਦੀ ਹਾਂ। ਮੈਂ ਕੀ ਕਰਾਂ? ਮੈਂ ਉਸ ਨੂੰ ਕਿਹਾ ਕਿ ਜੇ ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਨੀ ਤਾਂ ਮੇਰੇ ਇੱਥੇ ਆਉਣ ਦਾ ਕੀ ਫਾਇਦਾ? ਉਹ ਮੇਰੇ ਵੱਲ ਵੇਖ ਕੇ ਕਹਿਣ ਲੱਗੀ, ਦੱਸੋ ਕੀ ਗੱਲ ਕਰਨੀ ਹੈ? ਮੈਂ ਉਸ ਨੂੰ ਕਿਹਾ ਕਿ ਮੈਨੂੰ ਤੇਰੇ ਘਰ ਦਾ ਮਾਹੌਲ ਸਹੀ ਨਹੀਂ ਲੱਗਦਾ। ਮੈਂ ਉਸ ਨੂੰ ਕਿਹਾ ਕਿ ਪਿਛਲੇ 3 ਦਿਨਾਂ ਤੋਂ ਤੁਸੀਂ ਰੋਜ਼ ਰਾਤ ਨੂੰ ਬਹਿਸ ਕਰਦੇ ਹੋ। ਕੀ ਕੋਈ ਗੱਲ ਹੈ? ਤੁਹਾਡੇ ਆਪਸ ਵਿੱਚ ਨਹੀਂ ਬਣਦੀ? ਉਸ ਨੇ ਕਿਹਾ ਕਿ ਮੇਰੇ ਤੋਂ ਪੁੱਛਣ ਦੀ ਬਜਾਏ ਰਵੀ ਨੂੰ ਪੁੱਛੋ, ਕਿਉਂਕਿ ਉਹੀ ਮੇਰੇ ਨਾਲ ਬਹਿਸ ਕਰਦਾ, ਹਰ ਕੰਮ ਵਿੱਚ ਨੁਕਸ ਕੱਢਦਾ ਹੈ ਤੇ ਮੈਂ ਥੱਕ ਕੇ ਆਉਂਦੀ ਹਾਂ ਤੇ ਆਪਣੀਆਂ ਇੱਛਾਵਾਂ ਮੇਰੇ ਅੱਗੇ ਰੱਖਦਾ ਹੈ। ਜਦੋਂ ਦੀ ਤੁਸੀਂ ਆਏ ਹੋ ਮੈਨੂੰ ਥੋੜ੍ਹਾ ਸਕੂਨ ਮਿਲਿਆ ਹੈ। ਮੈਂ ਉਸ ਨੂੰ ਕਿੱਦਾਂ ਸਮਾਂ ਦੇਵਾਂ?
ਉਸ ਨੇ ਹੀ ਤੁਹਾਨੂੰ ਇੱਥੇ ਬੁਲਾਇਆ ਸੀ। ਉਹੀ ਕਹਿ ਰਿਹਾ ਸੀ ਕਿ ਜਦੋਂ ਤੁਸੀਂ ਆਓਗੇ ਤਾਂ ਮੈਨੂੰ ਥੋੜ੍ਹਾ ਸਮਾਂ ਮਿਲ ਜਾਊਗਾ। ਇਸ ਲਈ ਉਸ ਨੇ ਤੁਹਾਨੂੰ ਬੁਲਾਇਆ ਹੈ, ਕਿਉਂਕਿ ਉਸ ਨੂੰ ਮੇਰਾ ਬਣਾਇਆ ਖਾਣਾ ਵੀ ਪਸੰਦ ਨਹੀਂ ਆਉਂਦਾ ਅਤੇ ਉਹ ਕਹਿੰਦਾ ਸੀ ਕਿ ਜਦੋਂ ਮੇਰੀ ਸਾਲੀ ਆਊਗੀ ਮੈਂ ਆਪਣੀਆਂ ਇੱਛਾਵਾਂ ਪੂਰੀਆਂ ਕਰਨੀਆਂ ਨੇ। ਹੁਣ ਮੈਨੂੰ ਨਹੀਂ ਪਤਾ ਕਿ ਉਹ ਤੁਹਾਡੇ ਨਾਲ ਕਿਹੜੀ ਇੱਛਾ ਪੂਰੀ ਕਰਨਾ ਚਾਹੁੰਦਾ ਹੈ। ਆਪਣੀ ਭੈਣ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ। ਉਸ ਨੇ ਕਿਹਾ ਪਤਾ ਨਹੀਂ ਉਸ ਦੀ ਕਿਹੜੀ ਇੱਛਾ ਅਧੂਰੀ ਹੈ, ਪਰ ਤੁਹਾਨੂੰ ਬੁਲਾ ਕੇ ਬਹੁਤ ਖੁਸ਼ ਹੈ। ਮੈਂ ਆਪਣੀ ਭੈਣ ਦੀ ਗੱਲ ਸੁਣੀ, ਮੈਨੂੰ ਲੱਗਿਆ ਕਿ ਉਸ ਕੋਲ ਸੱਚਮੁੱਚ ਸਮਾਂ ਨਹੀਂ ਸੀ, ਇਸ ਲਈ ਉਸ ਨੇ ਮੈਨੂੰ ਬੁਲਾਇਆ। ਪਰ ਮੇਰੇ ਜੀਜੇ ਦੀ ਕੋਈ ਹੋਰ ਇੱਛਾ ਵੀ ਪੂਰੀ ਹੋਣੀ ਸੀ, ਇਹ ਮੈਨੂੰ ਨਹੀਂ ਪਤਾ ਸੀ ਤੇ ਨਾ ਹੀ ਇਸ ਦਾ ਮੈਨੂੰ ਕੋਈ ਅੰਦਾਜ਼ਾ ਸੀ। ਸ਼ਾਮ ਨੂੰ ਉਹ ਦਫ਼ਤਰੋਂ ਘਰ ਆਇਆ ਤੇ ਮੈਂ ਉਸ ਨੂੰ ਆਉਂਦੇ ਹੀ ਕਿਹਾ ਕਿ ਬਹੁਤ ਵਧੀਆ ਹੋਇਆ ਅੱਜ ਤੁਸੀਂ ਜਲਦੀ ਆ ਗਏ, ਇਸ ਲਈ ਅੱਜ ਤੁਸੀਂ ਦੋਨੋਂ ਕਿਤੇ ਬਾਹਰ ਜਾ ਕੇ ਘੁੰਮ ਕੇ ਆਵੋ। ਉਹ ਮੇਰੀ ਗੱਲ ਸੁਣ ਕੇ ਕਹਿਣ ਲੱਗਾ ਕਿ ਨਹੀਂ, ਅੱਜ ਕਿਤੇ ਘੁੰਮਣ ਨਹੀਂ ਜਾਣਾ, ਅੱਜ ਮੇਰੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਹੈ, ਅੱਜ ਆਪਾਂ ਉੱਥੇ ਜਾਣਾ ਹੈ। ਮੈਂ ਉਸ ਨੂੰ ਕਿਹਾ ਕਿ ਇਹ ਤਾਂ ਬਹੁਤ ਵਧੀਆ ਗੱਲ ਹੈ, ਤੁਸੀਂ ਦੋਨੋਂ ਛੇਤੀ ਤਿਆਰ ਹੋ ਤੇ ਜਾਓ। ਪਰ ਮੇਰੇ ਜੀਜੇ ਨੇ ਕਿਹਾ ਨਹੀਂ ਸਾਲੀ ਸਾਹਿਬਾ, ਤੁਸੀਂ ਵੀ ਸਾਡੇ ਨਾਲ ਜਾਣਾ ਹੈ। ਮੈਂ ਉਸ ਨੂੰ ਬਹੁਤ ਮਨਾ ਕੀਤਾ, ਪਰ ਉਹ ਜਿੱਦ ਤੇ ਅੜਿਆ ਰਿਹਾ। ਉਹ ਨਾ ਮੰਨਿਆ ਤੇ ਉਹ ਦੋਨੋਂ ਹੀ ਮੈਨੂੰ ਨਾਲ ਲੈ ਕੇ ਗਏ। ਅਸੀਂ ਪਾਰਟੀ ਦੇ ਵਿੱਚ ਗਏ ਅਤੇ ਉੱਥੇ ਮੇਰੇ ਜੀਜੇ ਨੇ ਮੈਨੂੰ ਤਿਆਰ ਹੋਈ ਵੇਖ ਕੇ ਮੇਰੀ ਬਹੁਤ ਤਾਰੀਫ ਕੀਤੀ। ਬਾਰ-ਬਾਰ ਕਹਿ ਰਿਹਾ ਸੀ ਕਿ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ। ਮੈਂ ਉਸ ਦੀ ਤਾਰੀਫ ਸੁਣ ਕੇ ਖੁਸ਼ ਹੋ ਰਹੀ ਸੀ ਤੇ ਉਸ ਦੀ ਗੱਲ ਹੱਸ ਕੇ ਟਾਲ ਦਿੱਤੀ। ਮੇਰਾ ਜੀਜਾ ਮੇਰੀ ਤਾਰੀਫ ਕਰ ਰਿਹਾ ਸੀ ਤੇ ਮੇਰੀ ਭੈਣ ਉਸ ਵੱਲ ਅਜੀਬ ਤਰੀਕੇ ਨਾਲ ਵੇਖ ਰਹੀ ਸੀ। ਅਸੀਂ ਪਾਰਟੀ ਵਿੱਚੋਂ ਘਰ ਵਾਪਸ ਆਏ। ਮੇਰੇ ਜੀਜੇ ਦਾ ਬਹੁਤ ਹੀ ਵਧੀਆ ਸੁਭਾਅ ਸੀ, ਪਰ ਮੇਰੀ ਭੈਣ ਨੂੰ ਗੁੱਸਾ ਆ ਰਿਹਾ ਸੀ ਕਿਉਂਕਿ ਉਹ ਮੇਰੀ ਬਾਰ-ਬਾਰ ਤਾਰੀਫ ਕਰ ਰਿਹਾ ਸੀ ਤੇ ਇਹ ਗੱਲ ਮੇਰੀ ਭੈਣ ਨੂੰ ਚੰਗੀ ਨਹੀਂ ਲੱਗ ਰਹੀ ਸੀ। ਕੁਝ ਚਿਰ ਬਾਅਦ ਜਦੋਂ ਅਸੀਂ ਘਰ ਪਹੁੰਚੇ ਤਾਂ ਮੇਰੀ ਭੈਣ ਨੇ ਮੈਨੂੰ ਆਉਂਦੇ ਹੀ ਕਿਹਾ ਕਿ ਅੱਜ ਤੋਂ ਬਾਅਦ ਇੰਨਾ ਤਿਆਰ ਹੋਣ ਦੀ ਕੋਈ ਲੋੜ ਨਹੀਂ, ਆਪਣੇ ਹੱਦ ਵਿੱਚ ਰਿਹਾ ਕਰੋ ਤੇ ਆਪਣੀ ਉਮਰ ਦੇਖ ਕੇ ਹੀ ਤਿਆਰ ਹੋਇਆ ਕਰੋ। ਉਸ ਦੀ ਇਹ ਗੱਲ ਸੁਣ ਕੇ ਮੈਨੂੰ ਬੜਾ ਅਜੀਬ ਲੱਗਿਆ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਹ ਇਹ ਸਭ ਕਹਿ ਕੇ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਵੀ ਆਪਣੇ ਕਮਰੇ ਵਿੱਚ ਆ ਗਈ ਤੇ ਕੱਪੜੇ ਬਦਲੇ। ਆਪਣੇ ਕਮਰੇ ਵਿੱਚ ਬੈਠੀ ਸੀ ਕਿ ਇੰਨੇ ਵਿੱਚ ਮੇਰਾ ਜੀਜਾ ਕਮਰੇ ਵਿੱਚ ਆ ਗਿਆ। ਉਹ ਮੇਰੇ ਕਮਰੇ ਵਿੱਚ ਆ ਕੇ ਮੇਰੇ ਕੋਲ ਬੈਠ ਗਿਆ। ਉਸ ਨੇ ਮੈਨੂੰ ਕਿਹਾ, ਤੁਸੀਂ ਅੱਜ ਬਹੁਤ ਸੋਹਣੇ ਲੱਗ ਰਹੇ ਸੀ, ਤੁਹਾਨੂੰ ਵੇਖਣ ਦਾ ਹੀ ਦਿਲ ਕਰ ਰਿਹਾ ਸੀ, ਪਰ ਮੈਨੂੰ ਸ਼ਰਮ ਆ ਰਹੀ ਸੀ। ਮੈਂ ਸੁਣ ਲਿਆ ਸੀ ਉਸ ਨੇ ਜੋ ਕਿਹਾ। ਉਸ ਨੇ ਮੈਨੂੰ ਕਿਹਾ, ਤੁਸੀਂ ਆਪਣੀ ਛੋਟੀ ਭੈਣ ਦਾ ਗੁੱਸਾ ਨਾ ਕਰੋ, ਉਸ ਦੀ ਗੱਲ 'ਤੇ ਧਿਆਨ ਨਾ ਦਿਓ। ਮੈਂ ਆਪਣੇ ਜੀਜੇ ਦੇ ਮੂੰਹ ਤੋਂ ਤਾਰੀਫ ਸੁਣ ਕੇ ਖੁਸ਼ ਤਾਂ ਹੋ ਗਈ ਸੀ, ਪਰ ਮੈਨੂੰ ਸ਼ਰਮ ਆ ਰਹੀ ਸੀ। ਉਸ ਦਿਨ ਤੋਂ ਬਾਅਦ ਮੇਰੇ ਜੀਜੇ ਨੇ ਆਪਣੀ ਹੱਦ ਪਾਰ ਕਰ ਦਿੱਤੀ ਸੀ। ਹੁਣ ਉਸ ਨੇ ਹਰ ਹੱਦ ਪਾਰ ਕਰ ਦਿੱਤੀ। ਮੈਂ ਫਿਰ ਉਹਨਾਂ ਦੇ ਕਮਰੇ ਵਿੱਚੋਂ ਬਹਿਸ ਦੀ ਆਵਾਜ਼ ਸੁਣੀ ਅਤੇ ਉਹ ਰਾਤ ਨੂੰ ਮੇਰੇ ਕਮਰੇ ਦੇ ਵਿੱਚ ਆ ਗਿਆ। ਉਹ ਬਹੁਤ ਗੁੱਸੇ ਵਿੱਚ ਸੀ। ਜਦੋਂ ਮੈਂ ਉਸ ਨੂੰ ਪੁੱਛਿਆ ਕੀ ਹੋਇਆ ਤਾਂ ਕਹਿਣ ਲੱਗਾ ਕਿ ਤੁਹਾਨੂੰ ਮੈਂ ਕੀ ਦੱਸਾਂ, ਤੁਹਾਡੇ ਤੇ ਤੁਹਾਡੀ ਭੈਣ ਵਿੱਚ ਬਹੁਤ ਫਰਕ ਹੈ। ਘਰ ਵਾਲੀ ਨੂੰ ਕਿੱਦਾਂ ਖੁਸ਼ ਰੱਖਣਾ ਹੈ, ਕਿੱਦਾਂ ਸੁੱਖ ਦੇਣਾ ਹੈ, ਉਸ ਦਾ ਕਿੱਦਾਂ ਧਿਆਨ ਰੱਖਣਾ ਹੈ, ਤੁਸੀਂ ਉਸ ਨੂੰ ਕੁਝ ਵੀ ਨਹੀਂ ਸਮਝਾਇਆ। ਉਸ ਨੂੰ ਮੇਰੀ ਕੋਈ ਫਿਕਰ ਨਹੀਂ। ਜਦੋਂ ਵੀ ਮੈਂ ਉਸ ਕੋਲ ਜਾਣਾ ਤਾਂ ਕਹਿ ਦਿੰਦੀ ਹੈ ਮੈਂ ਥੱਕੀ ਹਾਂ, ਮੈਂ ਸਮਾਂ ਨਹੀਂ ਦੇ ਸਕਦੀ। ਮੈਂ ਚੁੱਪ ਕਰਕੇ ਉਸ ਦੀਆਂ ਗੱਲਾਂ ਸੁਣ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਉਹ ਦਫ਼ਤਰੋਂ ਥੱਕ ਕੇ ਆਉਂਦੀ ਹੈ, ਕੋਈ ਗੱਲ ਨਹੀਂ, ਮੈਂ ਉਸ ਨਾਲ ਗੱਲ ਕਰਾਂਗੀ ਤੇ ਉਸ ਨੂੰ ਸਮਝਾਵਾਂਗੀ। ਤੁਸੀਂ ਕੁਝ ਦਿਨ ਦੀ ਛੁੱਟੀ ਲੈ ਕੇ ਕਿਤੇ ਬਾਹਰ ਘੁੰਮ ਕੇ ਆਓ। ਉਸ ਨੇ ਕਿਹਾ ਮੈਂ ਤਾਂ ਤਿਆਰ ਹਾਂ, ਪਰ ਤੁਹਾਡੀ ਭੈਣ ਬਿਲਕੁਲ ਵੀ ਜਾਣ ਨੂੰ ਤਿਆਰ ਨਹੀਂ। ਉਹ ਤਾਂ ਮੇਰੇ ਨਾਲ ਸਮਾਂ ਹੀ ਨਹੀਂ ਬਿਤਾਉਣਾ ਚਾਹੁੰਦੀ। ਮੇਰੇ ਜੀਜੇ ਨੇ ਮੇਰਾ ਹੱਥ ਫੜਿਆ ਤੇ ਕਹਿਣ ਲੱਗਾ, ਤੁਹਾਨੂੰ ਵੇਖ ਕੇ ਤੁਹਾਡੀ ਭੈਣ ਨੂੰ ਵੇਖਣ ਦਾ ਦਿਲ ਹੀ ਨਹੀਂ ਕਰਦਾ। ਤੁਸੀਂ ਕਿੰਨੇ ਚੰਗੇ ਹੋ ਤੇ ਕਿੰਨੇ ਸੋਹਣੇ ਹੋ। ਤੇ ਉਹ ਮੇਰੇ ਸਾਹਮਣੇ ਹੀ ਉਸ ਦੀ ਬੁਰਾਈ ਕਰ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਤੂੰ ਮੇਰੀ ਭੈਣ ਦੀ ਬੇਇੱਜ਼ਤੀ ਕਰ ਰਿਹਾ ਹੈ। ਤਾਂ ਉਹ ਕਹਿਣ ਲੱਗਾ, ਮੈਂ ਬਿਲਕੁਲ ਸਹੀ ਕਹਿ ਰਿਹਾ ਹਾਂ, ਮੈਂ ਸੱਚ ਕਹਿ ਰਿਹਾ ਹਾਂ, ਤੁਹਾਡੀ ਭੈਣ ਹੁਣ ਬੁੱਢੀ ਹੋ ਗਈ ਹੈ। ਨਾ ਹੀ ਉਸ ਵਿੱਚ ਹਿੰਮਤ ਹੈ ਤੇ ਨਾ ਹੀ ਉਹ ਮੈਨੂੰ ਸਮਾਂ ਦਿੰਦੀ ਹੈ। ਮੈਨੂੰ ਬਿਲਕੁਲ ਪਸੰਦ ਨਹੀਂ। ਉਸ ਦੀਆਂ ਨਜ਼ਰਾਂ ਮੇਰੇ 'ਤੇ ਹੀ ਸੀ। ਬਹੁਤ ਰਾਤ ਹੋ ਗਈ ਸੀ। ਮੈਂ ਉਸ ਨੂੰ ਕਿਹਾ ਕਿ ਹੁਣ ਤੂੰ ਆਪਣੇ ਕਮਰੇ ਵਿੱਚ ਜਾ। ਬੜੀ ਮੁਸ਼ਕਲ ਨਾਲ ਮੈਂ ਉਸ ਨੂੰ ਕਮਰੇ ਤੋਂ ਬਾਹਰ ਕੱਢਿਆ ਅਤੇ ਅਗਲੇ ਦਿਨ ਉਸ ਨੇ ਦਫ਼ਤਰੋਂ ਆਉਂਦੇ ਹੀ ਕਿਹਾ
ਕਿ ਅੱਜ ਮੇਰੇ ਦੋਸਤ ਨੇ ਤੁਹਾਡੇ ਹੱਥ ਦੇ ਬਣੇ ਖਾਣੇ ਦੀ ਬਹੁਤ ਤਾਰੀਫ ਕੀਤੀ। ਮੈਂ ਉਸ ਨੂੰ ਦੱਸ ਦਿੱਤਾ ਸੀ ਕਿ ਖਾਣਾ ਮੇਰੀ ਸਾਲੀ ਨੇ ਬਣਾਇਆ ਹੈ ਤੇ ਉਹ ਤੁਹਾਡੀ ਤਾਰੀਫ ਕਰ ਰਿਹਾ ਸੀ, ਇਸ ਲਈ ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ। ਮੈਂ ਇਹ ਗੱਲ ਹੱਸ ਕੇ ਟਾਲ ਦਿੱਤੀ ਤੇ ਹਾਮੀ ਭਰ ਦਿੱਤੀ। ਇਹ ਗੱਲ ਮੇਰੀ ਭੈਣ ਨੇ ਸੁਣ ਲਈ ਸੀ ਤੇ ਕਹਿਣ ਲੱਗੀ, ਆਪਣੇ ਜੀਜੇ ਨੂੰ ਜ਼ਿਆਦਾ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ। ਉਸ ਦੇ ਨਾਲ ਕਿਤੇ ਜਾਣ ਦੀ ਕੋਈ ਲੋੜ ਨਹੀਂ, ਕੋਈ ਜ਼ਰੂਰਤ ਨਹੀਂ ਉਸ ਦੇ ਕਿਸੇ ਦੋਸਤ ਨੂੰ ਮਿਲਣ ਦੀ। ਮੈਨੂੰ ਤੁਹਾਡਾ ਤਿਆਰ ਹੋਣਾ ਬਿਲਕੁਲ ਚੰਗਾ ਨਹੀਂ ਲੱਗਦਾ। ਮੈਨੂੰ ਉਸ ਦੀ ਗੱਲ 'ਤੇ ਗੁੱਸਾ ਆ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਤੂੰ ਯਾਦ ਰੱਖ, ਮੈਂ ਤੇਰੀ ਵੱਡੀ ਭੈਣ ਆ, ਮੇਰੇ ਨਾਲ ਧਿਆਨ ਨਾਲ ਗੱਲ ਕਰਿਆ ਕਰ। ਇੱਦਾਂ ਗੱਲ ਕਰਨ ਦੀ ਕੋਈ ਲੋੜ ਨਹੀਂ। ਨਾਲੇ ਮੈਨੂੰ ਤਿਆਰ ਹੋਣ ਦੀ ਸ਼ੁਰੂ ਤੋਂ ਹੀ ਆਦਤ ਹੈ ਤੇ ਮੈਂ ਆਪਣੀ ਆਦਤ ਤੇਰੇ ਲਈ ਛੱਡਣ ਵਾਲੀ ਨਹੀਂ ਹਾਂ। ਮੈਂ ਉਸ ਨੂੰ ਬਹੁਤ ਕੁਝ ਸੁਣਾ ਦਿੱਤਾ ਸੀ। ਇਹ ਜ਼ਿੰਦਗੀ 'ਚ ਪਹਿਲੀ ਵਾਰੀ ਸੀ ਜਦੋਂ ਮੈਂ ਉਸ ਨੂੰ ਇੰਨਾ ਕੁਝ ਬੋਲਿਆ ਸੀ। ਮੇਰੀ ਭੈਣ ਕਹਿਣ ਲੱਗੀ, ਤੁਹਾਡੇ ਦੋਨਾਂ ਵਿੱਚ ਕੀ ਚੱਲਦਾ ਹੈ? ਤੁਹਾਡਾ ਰਿਸ਼ਤਾ ਕਿੱਦਾਂ ਦਾ ਹੈ? ਕਿਤੇ ਸਾਰੀਆਂ ਹੱਦਾਂ ਤਾਂ ਪਾਰ ਨਹੀਂ ਕੀਤੀਆਂ? ਮੈਂ ਉਸ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ, ਪਰ ਉਸ ਨੂੰ ਕੋਈ ਫਰਕ ਨਾ ਪਿਆ। ਉਹ ਬੋਲੀ ਜਾ ਰਹੀ ਸੀ। ਉਸ ਨੇ ਮੈਨੂੰ ਕਿਹਾ, ਤੂੰ ਮੇਰੇ ਘਰ ਦੇ ਵਿੱਚੋਂ ਨਿਕਲ ਜਾ, ਹੁਣੇ ਜਾ ਸਕਦੀ ਹੈ। ਮੇਰੇ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ ਤੇ ਮੈਂ ਆਪ ਜੀਜੇ ਦੇ ਨਾਲ ਉਸ ਦੇ ਦੋਸਤ ਦੇ ਘਰ ਚਲੀ ਗਈ ਸੀ ਅਤੇ ਕੁਝ ਘੰਟਿਆਂ ਬਾਅਦ ਜਦੋਂ ਮੈਂ ਆਈ, ਮੈਂ ਆ ਕੇ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿੱਦਾਂ ਹੀ ਮੈਂ ਘਰ ਤੋਂ ਬਾਹਰ ਨਿਕਲੀ, ਮੇਰੇ ਜੀਜੇ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਘਰ ਦੇ ਅੰਦਰ ਲੈ ਗਿਆ। ਉਸ ਨੇ ਮੇਰੇ ਸਾਰੇ ਕੱਪੜੇ ਅਲਮਾਰੀ ਦੇ ਵਿੱਚ ਰੱਖ ਦਿੱਤੇ ਸੀ ਤੇ ਕਹਿਣ ਲੱਗਾ, ਕਿੱਥੇ ਜਾ ਰਹੇ ਹੋ? ਤੁਹਾਨੂੰ ਕਿਤੇ ਵੀ ਜਾਣ ਦੀ ਕੋਈ ਲੋੜ ਨਹੀਂ। ਮੈਂ ਉਸ ਦੀ ਗੱਲ ਨੂੰ ਹਾਸੀ ਵਿੱਚ ਟਾਲ ਕੇ ਕਿਹਾ ਕਿ ਹੁਣ ਮੈਨੂੰ ਜਾਣਾ ਚਾਹੀਦਾ ਹੈ। ਮੈਨੂੰ ਬੜੇ ਦਿਨ ਹੋ ਗਏ ਨੇ, ਮੇਰੇ ਕਰਕੇ ਤੁਹਾਡਾ ਰਿਸ਼ਤਾ ਖਰਾਬ ਹੋ ਰਿਹਾ ਹੈ। ਤੁਹਾਡੇ ਦੋਨਾਂ ਦੇ ਵਿੱਚ ਬਹਿਸ ਹੁੰਦੀ ਹੈ, ਤੁਹਾਡੇ ਰਿਸ਼ਤੇ 'ਚ ਦੂਰੀਆਂ ਆ ਰਹੀਆਂ ਨੇ। ਮੈਨੂੰ ਜਾਣਾ ਚਾਹੀਦਾ ਹੈ। ਮੈਂ ਸੋਚ ਰਹੀ ਸੀ ਮੇਰੀ ਭੈਣ ਦੀ ਸੋਚ ਕਿੱਦਾਂ ਬਦਲ ਗਈ। ਮੇਰੀ ਭੈਣ ਮੈਨੂੰ ਕਿੰਨਾ ਕੁਝ ਕਹਿ ਗਈ ਸੀ। ਮੇਰਾ ਜੀਜਾ ਮੈਨੂੰ ਉੱਥੇ ਰੱਖਣ ਦੀ ਜਿੱਦ ਕਰ ਰਿਹਾ ਸੀ ਕਿਉਂਕਿ ਉਸ ਨੂੰ ਮੇਰੀ ਬਹੁਤ ਫਿਕਰ ਸੀ। ਇੱਕ ਦਿਨ ਮੇਰੇ ਜੀਜੇ ਨੇ ਮੈਨੂੰ ਨਵੀਂ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਤੇ ਦੱਸਿਆ ਕਿ ਉਸ ਦੇ ਦੋਸਤ ਦੀ ਘਰਵਾਲੀ ਦੀ ਅਚਾਨਕ ਮੌਤ ਹੋ ਗਈ ਅਤੇ ਉਹ ਬਹੁਤ ਉਦਾਸ ਹੈ। ਹੁਣ ਉਹ ਤੁਹਾਡੇ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦਾ ਹੈ। ਜਦੋਂ ਇਹ ਗੱਲ ਮੇਰੀ ਭੈਣ ਨੂੰ ਪਤਾ ਲੱਗੀ ਤਾਂ ਉਸਨੇ ਸਾਡੇ ਦੋਨਾਂ ਤੋਂ ਮਾਫ਼ੀ ਮੰਗੀ। ਉਸਨੇ ਕਿਹਾ ਕਿ ਰਵੀ ਤੁਹਾਡੇ ਬਾਰੇ ਇੰਨਾ ਸੋਚਦਾ ਹੈ ਤੇ ਮੈਂ ਭੈਣ ਹੋ ਕੇ ਸੋਚ ਨਾ ਸਕੀ, ਮੈਨੂੰ ਮਾਫ਼ ਕਰ ਦਿਓ। ਮੈਂ ਉਸ ਨੂੰ ਕਿਹਾ ਕਿ ਤੂੰ ਮੈਨੂੰ ਮਾਫ਼ ਕਰ ਦੇ, ਮੈਨੂੰ ਇਸ ਉਮਰ ਵਿੱਚ ਇਹ ਸਭ ਨਹੀਂ ਕਰਨਾ ਚਾਹੀਦਾ। ਪਰ ਉਹ ਮੇਰੇ ਤੋਂ ਬਾਰ-ਬਾਰ ਮਾਫ਼ੀ ਮੰਗ ਰਹੀ ਸੀ। ਮੇਰੀ ਭੈਣ ਨੇ ਮੈਨੂੰ ਮਨਾ ਲਿਆ ਸੀ। ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਉਸ ਨੇ ਮੇਰੇ ਜੀਜੇ ਦੇ ਦੋਸਤ ਨਾਲ ਮੇਰਾ ਵਿਆਹ ਕਰਵਾ ਦਿੱਤਾ ਸੀ ਅਤੇ ਭੈਣ ਦੀ ਸਹਿਮਤੀ ਨਾਲ ਮੇਰਾ ਵਿਆਹ ਹੋ ਗਿਆ ਸੀ। ਮੇਰੀ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ। ਸ਼ਾਇਦ ਇਹ ਪਹਿਲੀ ਵਾਰੀ ਸੀ ਇੱਕ ਛੋਟੀ ਭੈਣ ਨੇ ਇੱਕ ਵੱਡੀ ਭੈਣ ਦੀ ਵਿਦਾਈ ਕੀਤੀ ਸੀ। ਮੇਰੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਹੋ ਰਹੀ ਸੀ। ਮੈਂ ਉਸ ਨੂੰ ਜਾਂਦੇ-ਜਾਂਦੇ ਕਿਹਾ ਕਿ ਪੈਸਾ ਸਭ ਕੁਝ ਨਹੀਂ ਹੁੰਦਾ, ਪਰਿਵਾਰ ਵੀ ਹੁੰਦਾ ਹੈ। ਇਸ ਲਈ ਆਪਣੇ ਘਰ ਵਾਲੇ 'ਤੇ ਧਿਆਨ ਦੇ। ਉਸ ਨੂੰ ਉਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਤੇਰੀ ਹੈ। ਉਸ ਨੇ ਵਾਅਦਾ ਕੀਤਾ ਕਿ ਹੁਣ ਤੋਂ ਤੁਹਾਨੂੰ ਮੇਰੀ ਕੋਈ ਸ਼ਿਕਾਇਤ ਨਹੀਂ ਮਿਲੂਗੀ। ਹੁਣ ਉਹਨਾਂ ਦੋਨਾਂ ਦਾ ਰਿਸ਼ਤਾ ਵੀ ਬਹੁਤ ਵਧੀਆ ਹੋ ਗਿਆ ਸੀ। ਦੋਸਤੋ, ਪਿਆਰ ਤੇ ਵਿਆਹ, ਇਸ ਦੀ ਕੋਈ ਉਮਰ ਨਹੀਂ ਹੁੰਦੀ। ਰਿਸ਼ਤੇ ਆਪਣੇ ਆਪ ਹੀ ਬਣ ਜਾਂਦੇ ਨੇ। ਦੋਸਤੋ, ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ। ਚੈਨਲ 'ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਨਾਲੇ ਦੀਵਾਲੀ ਦੀਆਂ ਢੇਰ ਸਾਰੀਆਂ ਵਧਾਈਆਂ। ਧੰਨਵਾਦ।